ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਜਿਸ ਸਮੇਂ ਸਤਿਗੁਰੂ ਸਾਹਿਬ ਜੀ ਕਰਤਾਰਪੁਰ ਸਾਹਿਬ ਵਿਖੇ ਬਿਰਾਜਮਾਨ ਸਨ, ਉੱਥੇ ਸਤਿਗੁਰਾਂ ਦੇ ਪਾਸ ਹਿਸਾਬ ਕਿਤਾਬ ਦੀ ਗਿਣਤੀ ਰੱਖਣ ਵਾਲੇ ਕੁਝ ਵਿਦਵਾਨ ਪੰਡਤ ਆਏ। ਉਹਨਾਂ ਨੇ ਗੁਰੂ ਸਾਹਿਬ ਜੀ ਦੇ ਕੋਲੋਂ ਲੇਖੇ ਬਾਬਤ ਵਿਚਾਰ ਪੁੱਛੀ ਤਾਂ ਸੁਣ ਕੇ ਅੰਤਰਜਾਮੀ ਸਤਿਗੁਰੂ ਜੀ ਉਹਨਾਂ ਦੇ ਪ੍ਰਤਾਏ ਸਰਬ ਸਾਂਝਾ ਉਪਦੇਸ਼ ਬਖਸ਼ਦੇ ਹਨ। ਲੇਖ ਅਸੰਖ ਲਿਖ ਲਿਖ ਮਾਨ, ਮਨ ਮਾਨਿਐ ਸੱਚ ਸੁਰਤ ਵਖਾਨ। ਬੇਅੰਤ ਜੀਵਾਂ ਦੇ ਅਸੰਖ ਅਣਗਿਣਤ ਲੇਖ ਹਨ। ਉਹਨਾਂ ਲੇਖਾਂ ਨੂੰ ਚਿੱਤਰਗੁਪਤ ਲਿਖਦੇ ਹਨ ਤੇ ਉਹਨਾਂ ਲਿਖਿਆਂ ਹੋਇਆਂ ਨੂੰ ਧਰਮ ਰਾਜਾ ਮਾਨਕੀਏ ਮੰਨਦਾ ਹੈ। ਅਸੰਖ ਹੀ ਚਿੱਤਰਗੁਪਤ ਲਿਖਾਰੀ ਹਨ, ਅਸੰਖ ਹੀ ਲੇਖ ਹਨ, ਅਸੰਖ ਹੀ ਲਿਖਿਆਂ ਹੋਇਆਂ ਨੂੰ ਮੰਨਣ ਵਾਲੇ ਧਰਮ ਰਾਜੇ ਹਨ, ਜਿਨ੍ਹਾਂ ਨੇ ਮਨ ਤੇ ਬੁੱਧ ਰੂਪੀ ਲਿਖਾਰੀ ਬਣਾ ਕੇ ਪ੍ਰੇਮ ਰੂਪੀ ਕਾਗਜ਼ ਉੱਪਰ ਉਸ ਲੇਖੇ ਤੋਂ ਅਣਗਿਣਤ ਪ੍ਰਭੂ ਦਾ ਨਾਮ ਲਿਖਿਆ ਹੈ। ਉਹਨਾਂ ਨੇ ਪਰਮੇਸ਼ਰ ਦਾ ਹੀ ਮੰਨਣਾ ਕੀਤਾ ਹੈ। ਜਿਨ੍ਹਾਂ ਦਾ ਮਨ ਮਾਨਿਆ ਕਿ ਮੰਨ ਗਿਆ ਹੈ, ਉਹੀ ਸੱਚੇ ਪਰਮੇਸ਼ਵਰ ਵਾਹਿਗੁਰੂ ਵਿੱਚ ਸੁਰਤ ਕਹੀਏ ਸ੍ਰੇਸ਼ਟ ਪ੍ਰੀਤੀ ਕਰਦੇ ਹਨ। ਉਹਨਾਂ ਨੂੰ ਸੱਚੇ ਦੀ ਸੁਰਤ ਗਿਆਤ ਹੈ ਅਤੇ ਉਹ ਸੱਚੇ ਦਾ ਹੀ ਵਖਾਨ ਕਥਨ ਕਰਦੇ ਹਨ। ਕਥਨੀ ਬਦਨੀ ਪੜ੍ਹ ਪੜ੍ਹ ਭਾਰ, ਲੇਖ ਅਸੰਖ ਅਲੇਖ ਅਪਾਰ। ਮਨੁੱਖ ਬਦਨੀ ਮੁਖ ਦੁਆਰਾ ਕਥਨੀ ਕਥਾਵਾਂ ਦੇ ਤਾਈਂ ਪੜ੍ਹ ਪੜ੍ਹ ਕੇ ਤੇ ਹੰਕਾਰ ਦਾ ਭਾਰ ਬੋਝ ਹੀ ਚੁੱਕਦਾ ਹੈ। ਜੋ ਭਾਰ ਅਧਿਸ਼ਠਾਨ ਸਰੂਪ ਨੂੰ ਭਾਲਦਾ ਸੀ, ਉਸ ਦੀ ਭਾਲ ਵੱਲੋਂ ਤਾਂ ਪੜ੍ਹਦਾ ਹੀ ਪੜ੍ਹ ਕਹੀਏ ਪਿਆ ਰਹਿੰਦਾ ਹੈ। ਹੇ ਭਾਈ, ਉਹ ਪਰਮੇਸ਼ਰ ਦਾ ਲੇਖੇ ਹਿਸਾਬ ਕਿਤਾਬ ਤੋਂ ਅਸੰਖ ਅਣਗਿਣਤ ਹੈ। ਭਾਵ ਵਿਵੇਕ ਵਿਰਾਗ ਆਦਿ ਸਾਧਨਾਂ ਦੀ ਗਿਣਤੀ ਤੋਂ ਰਹਿਤ ਹੈ, ਅਲੇਖ ਲੇਖਾਂ ਤੋਂ ਰਹਿਤ ਹੈ ਅਤੇ ਅਪਾਰ ਪਾਰਾਵਾਰ ਤੋਂ ਵੀ ਰਹਿਤ ਹੈ। ਕਿਉਂਕਿ ਸਰਬ ਜੀਆਂ ਸਿਰ ਲੇਖ ਤੁਰਾਹੂ, ਬਿਨ ਲੇਖੈ ਨਹੀਂ ਕੋਈ ਜੀਉ। ਆਪ ਅਲੇਖ ਕੁਦਰਤ ਕਰ ਦੇਖੈ, ਹੁਕਮ ਚਲਾਏ ਸੋਈ ਜੀਉ। ਐਸਾ ਸਾਚਾ ਤੂੰ ਏਕੋ ਜਾਣ, ਜੰਮਣ ਮਰਣਾ ਹੁਕਮ ਪਛਾਣ ਰਹਾਉ। ਹੇ ਪੰਡਤ, ਅਜਿਹਾ ਸੱਚਾ ਤਾਂ ਤੂੰ ਇੱਕੋ ਇੱਕ ਅਕਾਲ ਪੁਰਖ ਨੂੰ ਹੀ ਜਾਣਨਾ ਕਰ। ਜੋ ਜੀਵਾਂ ਦਾ ਜੰਮਣ ਮਰਣਾ ਹੈ, ਉਹ ਵੀ ਉਸ ਪ੍ਰਭੂ ਦੇ ਹੁਕਮ ਭਾਣੇ ਵਿੱਚ ਪਛਾਨਣਾ ਕਰ। ਜੋ ਹੁਕਮ ਨੂੰ ਪਛਾਣ ਲੈਂਦਾ ਹੈ, ਉਸ ਦਾ ਜੰਮਣਾ ਮਰਣਾ ਨਿਵਰਤ ਹੋ ਜਾਂਦਾ ਹੈ। ਰਹਾਉ ਵਿਸਰਾਮ ਦੇ ਕੇ ਕਹਿੰਦੇ ਹਨ, ਮਾਇਆ ਮੋਹ ਜਗ ਬਾਧਾ ਜਮਕਾਲ, ਬਾਂਧਾ ਛੂਟੈ ਨਾਮ ਸੰਭਾਲ। ਮਾਇਆ ਦੇ ਮੋਹ ਕਰਕੇ ਜੀਵ ਜਮ ਕਾਲ ਜੰਮਣ ਮਰਨ ਰੂਪੀ ਕਾਲ ਨੇ ਬੰਨ੍ਹ ਕੇ ਕੈਦੀ ਕੀਤਾ ਹੋਇਆ ਹੈ, ਜਮਾ ਨੇ ਬੰਨਣਾ ਕੀਤਾ ਹੈ। ਪਰੰਤੂ ਜੇਕਰ ਪਰਮੇਸ਼ਰ ਦੇ ਨਾਮ ਨੂੰ ਸੰਭਾਲ ਕਹੀਏ ਸੰਭਾਲਣਾ ਕਰੇ, ਭਾਵ ਸਿਮਰਨ ਕਰੇ, ਤਾਂ ਜਮਾਂ ਦਾ ਬਾਂਧਾ ਕਹੀਏ ਬੱਝਾ ਹੋਇਆ ਛੁੱਟ ਜਾਂਦਾ ਹੈ। ਗੁਰ ਸੁਖ ਦਾਤਾ ਅਵਰ ਨ ਭਾਲ, ਹਲਤ ਪਲਤ ਨਿਭਹੀ ਤੁਧ ਨਾਲ। ਗੁਰੂ ਸਾਹਿਬ ਜੀ ਹੀ ਸਾਰੇ ਸੁਖ ਦਾਤਾ, ਸੁੱਖਾਂ ਦੇ ਦਾਤੇ ਹਨ ਤੇ ਸੁੱਖਾਂ ਦੇ ਦੇਣ ਵਾਲੇ ਹਨ। ਉਹਨਾਂ ਤੋਂ ਬਿਨਾਂ ਹੋਰ ਕਿਸੇ ਨੂੰ ਭਾਲ ਖੋਜਣਾ ਨਾ ਕਰ। ਉਹ ਹੀ ਹਲਤ ਪਲਤ ਲੋਕ ਪਰਲੋਕ ਵਿੱਚ ਤੇਰੇ ਨਾਲ ਸਾਥ ਨਿਭਾਉਣ ਵਾਲੇ ਹਨ। ਤੇਰੀ ਹਰ ਤਰ੍ਹਾਂ ਦੀ ਭਗਤੀ ਰੂਪੀ ਕਮਾਈ ਸਾਧਨਾ ਨੂੰ ਪੂਰੀ ਤਰ੍ਹਾਂ ਨਿਭਾਉਣਗੇ। ਸ਼ਬਦ ਮਰੈ ਤਾਂ ਏਕ ਲਿਵ ਲਾਏ, ਅਚਰ ਚਰੈ ਤਾਂ ਭਰਮ ਚੁਕਾਏ। ਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕਰਕੇ ਜੀਵਤ ਭਾਵ ਵੱਲੋਂ ਮਰਨਾ ਕਰੇ, ਤਦ ਹੀ ਅਦਵੈਤ ਸਰੂਪ ਵਿੱਚ ਲਿਵ ਬਿਰਤੀ ਲਾ ਸਕੀਦੀ ਹੈ।
ਜੋ ਕਿਸੇ ਤੋਂ ਅਚਰ ਖਾਧੇ ਨਹੀਂ ਜਾਂਦੇ, ਉਹਨਾਂ ਕਾਮਾਂਦਿਕ ਵਿਕਾਰਾਂ ਨੂੰ ਚਰੈ ਕੀਏ ਖਾਵੇ ਭਾਵ ਅਭਾਵ ਕਰ ਦੇਵੇ, ਤਦ ਸਾਰਾ ਭਰਮ ਸੰਸਾ ਚੁੱਕਿਆ ਜਾਂਦਾ ਹੈ। ਜਿੱਧਰ ਤੁਰਿਆ ਪਦ ਵੱਲ ਮਨ ਅਚਰ ਚੜ੍ਹਦਾ ਨਹੀਂ ਹੈ, ਉਧਰ ਨੂੰ ਚੜ੍ਹਨਾ ਕਰੇ। ਜੋ ਅਚਰ ਕਹੀਏ ਅਚਰਜ ਰੂਪ ਪਰਮੇਸ਼ਰ ਹੈ, ਉਸ ਵੱਲ ਬਿਰਤੀ ਨੂੰ ਚਰੈ ਕਹੀਏ ਚੜ੍ਹਾਵੇ ਤਾਂ ਭਰਮ ਚੁੱਕਿਆ ਜਾ ਸਕਦਾ ਹੈ। ਜੀਵਨ ਮੁਕਤ ਮਨ ਨਾਮ ਵਸਾਏ, ਗੁਰਮੁਖ ਹੋਏ ਤਾਂ ਸੱਚ ਸਮਾਏ। ਜੋ ਪੁਰਸ਼ ਆਪਣੇ ਮਨ ਹਿਰਦੇ ਵਿੱਚ ਨਾਮ ਨੂੰ ਵਸਾਉਂਦਾ ਹੈ, ਉਹ ਜੀਵਨ ਜਿਉਂਦਾ ਹੀ ਮੁਕਤ ਹੋ ਜਾਂਦਾ। ਜੇਕਰ ਅਜਿਹਾ ਗੁਰਮੁਖ ਹੋਵੇ ਤਾਂ ਸਤ ਸਰੂਪ ਵਿੱਚ ਸਮਾਉਂਦਾ ਹੈ। ਜਿਨ ਧਰ ਸਾਜੀ ਗਗਨ ਆਕਾਸ, ਜਿਨ ਸਭ ਥਾਪੀ ਥਾਪ ਉਹ ਥਾਪ। ਜਿਸ ਚਿਦਾਕਾਸ਼ ਚੇਤਨ ਬ੍ਰਹਮ ਨੇ ਧਰ ਕਹੀਏ ਧਰਤੀ ਅਤੇ ਗਗਨ ਆਕਾਸ਼ ਆਦਿ ਪੰਜਾਂ ਤੱਤਾਂ ਨੂੰ ਸਾਜਣਾ ਕੀਤਾ ਹੈ, ਜਿਸ ਨੇ ਦੇਹ ਰੂਪੀ ਧਰਤੀ ਸਾਜੀ ਹੈ ਤੇ ਗਗਨ 10ਵਾਂ ਦੁਆਰ ਸਾਜਿਆ ਹੈ, ਉਹ ਆਕਾਸ਼ ਚਿਦਾਕਾਸ਼ ਆਪ ਸਾਰਿਆਂ ਵਿੱਚ ਵਿਆਪਕ ਹੈ। ਜਿਸ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਸਥਿਤ ਕੀਤੀ ਹੈ, ਥਾਪੀ ਹੈ, ਫਿਰ ਥਾਪ ਸਥਿਤ ਕਰਕੇ ਪਾਲਣਾ ਪੋਸ਼ਣਾ ਕੀਤੀ ਹੈ ਤੇ ਅਖੀਰ ਆਪ ਹੀ ਇਸ ਨੂੰ ਉਥਾਪ ਕਹੀਏ ਪੁੱਟਣ ਵਾਲਾ ਭਾਵ ਨਾਸ਼ ਕਰਨ ਵਾਲਾ ਆਪ ਹੈ। ਸਰਬ ਨਿਰੰਤਰ ਆਪੇ ਆਪ, ਕਿਸੈ ਨਾ ਪੁੱਛੇ ਬਖਸ਼ੇ ਆਪ। ਹਾਂ, ਸਾਰਿਆਂ ਦੇ ਅੰਦਰ ਨਿਰੰਤਰ ਇੱਕ ਰਸ ਆਪੇ ਆਪ ਆਪਣਾ ਆਪ ਰੂਪ ਪਰਮੇਸ਼ਰ ਵਿਆਪਕ ਹੈ। ਜਦੋਂ ਆਪ ਬਖਸ਼ਣ ਲੱਗਦਾ ਹੈ ਤਾਂ ਕਿਸੇ ਨੂੰ ਪੁੱਛਦਾ ਨਹੀਂ ਹੈ, ਭਾਵ ਆਪ ਹੀ ਗਿਆਨ ਨਾਮ ਮੁਕਤੀ ਬਖਸ਼ ਦਿੰਦਾ ਹੈ। ਤੂੰ ਪੁਰ ਸਾਗਰ ਮਾਣਕ ਹੀਰ, ਤੂੰ ਨਿਰਮਲ ਸੱਚ ਗੁਣੀ ਗਹੀਰ। ਹੇ ਪਰਮੇਸ਼ਰ, ਤੂੰ ਸਮੁੰਦਰ ਦੀ ਨਿਆਈ ਪੁਰ ਪੂਰਨ ਭਾਵ ਗੁਣਾ ਕਰਕੇ ਲਬਾਲਬ ਭਰਿਆ ਹੋਇਆ ਹੈ ਅਤੇ ਤੇਰੇ ਵਿੱਚ ਸ਼ਰਵਣ ਮੰਨਣ ਨਿਧਿਆਸਣ ਰੂਪੀ ਮਾਣਕ ਕਹੀਏ ਮੋਤੀ ਤੇ ਨਾਮ ਰੂਪੀ ਹੀਰ ਹੀਰੇ ਆਦਿਕ ਹਨ। ਹੇ ਮਹਾਰਾਜ, ਤੂੰ ਨਿਰਮਲ ਉਜਲ ਤੇ ਸਤ ਸਰੂਪ ਹੈ ਅਤੇ ਗੁਣੀ ਗੁਣਾਂ ਦਾ ਗਹੀਰ ਖਜ਼ਾਨਾ ਸਮੁੰਦਰ ਹੈ। ਸੁਖ ਮਾਨੈ ਭੇਟੈ ਗੁਰ ਪੀਰ, ਏਕੋ ਸਾਹਿਬ ਏਕ ਵਜੀਰ। ਜਦੋਂ ਜੀਵ ਪੀਰ ਪੂਜਨੀਕ ਗੁਰ ਸਤਿਗੁਰੂ ਸਾਹਿਬ ਜੀ ਨੂੰ ਮਿਲ ਪਵੇ ਤਾਂ ਸੁਖ ਆਨੰਦ ਦੇ ਤਾਈਂ ਮਾਨਣਾ ਕਰਦਾ ਹੈ। ਉਹ ਪ੍ਰਮਾਤਮਾ ਹੀ ਇੱਕ ਸਾਰਿਆਂ ਦਾ ਸਾਹਿਬ ਮਾਲਕ ਹੈ ਤੇ ਇੱਕ ਆਪ ਹੀ ਗੁਰੂ ਰੂਪ ਵਜ਼ੀਰ ਹੈ। ਇੱਕ ਆਪ ਹੀ ਮਾਲਕ ਦੀ ਨਿਆਈ ਤਤ ਬੇਤਾ ਬ੍ਰਹਮ ਗਿਆਨੀ ਹੈ ਤੇ ਆਪ ਹੀ ਇੱਕ ਵਜ਼ੀਰ ਵੀ ਨਿਆਈ ਸੰਤ ਰੂਪ ਹੈ। ਜਗ ਬੰਦੀ ਮੁਕਤੇ ਹਉ ਮਾਰੀ, ਜਗ ਗਿਆਨੀ ਵਿਰਲਾ ਆਚਾਰੀ। ਸਾਰਾ ਜਗ ਜਗਤ ਮਾਇਆ ਦੇ ਮੋਹ ਕਰਕੇ ਜਨਮਾਂ ਰੂਪੀ ਬੰਦੀਖਾਨੇ ਵਿੱਚ ਪਿਆ ਹੋਇਆ ਹੈ, ਪਰੰਤੂ ਜਿਨ੍ਹਾਂ ਨੇ ਹਉਮੈ ਮਾਰ ਲਈ ਹੈ ਉਹ ਮੁਕਤੇ ਛੁੱਟ ਗਏ ਹਨ। ਜਗਤ ਦੇ ਬੰਦੀਖਾਨੇ ਵਿੱਚੋਂ ਉਹ ਪੁਰਸ਼ ਮੁਕਤ ਹੋਏ ਹਨ ਜਿਨ੍ਹਾਂ ਨੇ ਹੰਗਤਾ ਮਮਤਾ ਮਾਰ ਲਈ ਹੈ। ਜਗ ਕੀਏ ਸੰਸਾਰ ਵਿੱਚ ਗਿਆਨੀ ਗਿਆਨਵਾਨ ਤਾਂ ਬਹੁਤ ਹਨ, ਪਰੰਤੂ ਕੋਈ ਵਿਰਲਾ ਟਾਵਾਂ ਟਾਵਾਂ ਹੀ ਆਚਾਰੀ ਸ੍ਰੇਸ਼ਟ ਆਚਰਨ ਵਾਲਾ ਹੁੰਦਾ ਹੈ। ਜਗ ਪੰਡਤ ਵਿਰਲਾ ਵਿਚਾਰੀ, ਬਿਨ ਸਤਿਗੁਰ ਭੇਟੇ ਸਭ ਫਿਰੈ ਅਹੰਕਾਰੀ। ਹਾਂ, ਸਤਿਗੁਰੂ ਫਰਮਾਉਂਦੇ ਸੰਸਾਰ ਵਿੱਚ ਪੰਡਤ ਵਿਦਵਾਨ ਤਾਂ ਬਹੁਤ ਪੁਰਸ਼ ਕਹਾਉਂਦੇ ਹਨ, ਪਰੰਤੂ ਸਰੂਪ ਦੀ ਵਿਚਾਰ ਵਾਲਾ ਕੋਈ ਵਿਰਲਾ ਟਾਵਾਂ ਟਾਵਾਂ ਹੀ ਹੁੰਦਾ ਹੈ। ਸਤਿਗੁਰੂ ਸਾਹਿਬ ਜੀ ਦੇ ਭੇਟੇ ਮਿਲਣ ਤੋਂ ਬਗੈਰ ਸਾਰੀ ਸ੍ਰਿਸ਼ਟੀ ਦੇ ਜੀਵ ਹੰਕਾਰ ਦੇ ਵਿੱਚ ਹੀ ਤੁਰੇ ਫਿਰਦੇ ਕਮਲੇ ਹੋਏ ਫਿਰਦੇ ਹਨ। ਜਗ ਦੁਖੀਆ ਸੁਖੀਆ ਜਨ ਕੋਇ, ਜਗ ਰੋਗੀ ਭੋਗੀ ਗੁਣ ਰੋਏ। ਜਗ ਸੰਸਾਰ ਦੇ ਜੀਵਾਂ ਨੂੰ ਦੁਖੀ ਹੀ ਦੇਖੀਦਾ ਹੈ, ਪਰ ਕੋਈ ਵਿਰਲਾ ਹੀ ਜਨ ਭਗਤ ਸਿਮਰਨ ਕਰਕੇ ਸੁਖੀਆ ਸੁੱਖਾਂ ਦੇ ਸਹਿਤ ਹੋਇਆ ਹੈ। ਜਗ ਸੰਸਾਰ ਦੇ ਜੀਵ ਗੁਣ ਵਿਸ਼ਿਆਂ ਦੀ ਕੁਸੰਗਤ ਕਰਕੇ ਭੋਗੀ ਭੋਗਣ ਵਾਲੇ ਹੋ ਕੇ
ਰੋਗੀ ਰੋਗਾਂ ਵਿੱਚ ਗ੍ਰਸੇ ਹੋਏ ਹਨ, ਜਿਸ ਕਰਕੇ ਅੰਤ ਨੂੰ ਰੋਏ ਰੋਂਦੇ ਹਨ। ਜਗ ਉਪਜੈ ਬਿਨਸੈ ਪਤ ਖੋਏ, ਗੁਰਮੁਖ ਹੋਵੈ ਬੂਝੈ ਸੋਏ। ਇਸ ਪ੍ਰਕਾਰ ਜਗ ਸੰਸਾਰ ਦੇ ਜੀਵ ਉਪਜੈ ਪੈਦਾ ਹੋ ਕੇ ਅੰਤ ਨੂੰ ਨਾਸ਼ ਹੋ ਜਾਂਦੇ ਹਨ ਅਤੇ ਕਾਮਾਂ ਦੇ ਕਵਕਾਰਾਂ ਵਿੱਚ ਲੱਗ ਕੇ ਆਪਣੀ ਪਤ ਇੱਜ਼ਤ ਖੋ ਲੈਂਦੇ, ਗਵਾ ਲੈਂਦੇ ਹਨ। ਜੋ ਗੁਰਮੁਖ ਜਨ ਹੁੰਦੇ ਹਨ ਉਹ ਪਰਮੇਸ਼ਰ ਦੇ ਸਰੂਪ ਨੂੰ ਬੁੱਝ ਲੈਂਦੇ ਆ। ਮਹਿਗੋ ਮੋਲ ਭਾਰ ਅਫਾਰ, ਅਟਲ ਅਛਲ ਗੁਰਮਤੀ ਧਾਰ। ਪਰਮੇਸ਼ਰ ਦੀ ਪ੍ਰਾਪਤੀ ਰੂਪੀ ਮੁੱਲ ਬਹੁਤ ਮਹਿਗੋ ਕਹੀਏ ਮਹਿੰਗਾ ਹੈ, ਕਿਉਂਕਿ ਉਸ ਨੂੰ ਪ੍ਰਾਪਤ ਕਰਨ ਲਈ ਆਪਣਾ ਸਿਰ ਭਾਵ ਆਪਾ ਵਾਰਨਾ ਪੈਂਦਾ ਅਤੇ ਉਹ ਭਾਰ ਕਰਕੇ ਵੀ ਅਫਾਰ ਕਹੀਏ ਵੱਡਾ ਹੈ। ਉਹ ਅਟਲ ਟਲਣ ਤੋਂ ਰਹਿਤ, ਇਸਤਿਤ ਰੂਪ ਅਤੇ ਮਾਇਆ ਦੇ ਮੋਹ ਕਰਕੇ ਅਛਲ ਛਲਣ ਤੋਂ ਰਹਿਤ ਹੈ। ਉਸ ਨੂੰ ਗੁਰਮਤੀ ਗੁਰਾਂ ਦੀ ਸਿੱਖਿਆ ਦੁਆਰਾ ਹਿਰਦੇ ਵਿੱਚ ਧਾਰਨਾ ਕਰ। ਪਾਈ ਮਿਲੈ ਭਾਵੈ ਭੈ ਕਾਰ, ਨਾਨਕ ਨੀਚ ਕਹਿ ਵਿਚਾਰ। ਉਹ ਪੁਰਸ਼ ਹੀ ਭਾਏ ਪ੍ਰੇਮ ਕਰਕੇ ਪਰਮੇਸ਼ਰ ਨਾਲ ਮਿਲਦਾ ਹੈ, ਜਿਸ ਨੂੰ ਭੈ ਦੀ ਕਾਰ ਭਾਵੈ ਪਾਉਂਦੀ ਹੈ। ਸਤਿਗੁਰੂ ਜੀ ਉਚਾਰਦੇ ਹਨ ਕਿ ਅਸੀਂ ਨੀਚ ਨਿਮਰਤਾ ਦੇ ਨਾਲ ਇਹ ਵਿਚਾਰ ਸਿੱਖਿਆ ਨੂੰ ਕਹਿੰਦੇ ਹਾਂ। ਆਪਣੇ ਆਪ ਨੂੰ ਨੀਚ ਨੀਵਾਂ ਸਮਝ ਕੇ ਸਾਡੀ ਕਹੀ ਹੋਈ ਵਿਚਾਰ ਨੂੰ ਹਿਰਦੇ ਵਿੱਚ ਧਾਰਨ ਕਰ। ਆਸਾ ਮਹੱਲਾ ਪਹਿਲਾ। ਏਕ ਮਰੈ ਪੰਚੇ ਮਿਲ ਰੋਵਹਿ, ਹਉਮੈ ਜਾਏ ਸ਼ਬਦ ਮਲ ਧੋਵਹਿ। ਹਾਂ, ਜੇਕਰ ਇੱਕ ਆਦਮੀ ਮਰ ਜਾਵੇ ਤਾਂ ਉਸਦੇ ਪਰਿਵਾਰ ਦੇ 5 ਜਣੇ ਮਾਂ ਪਿਓ ਭਰਾ ਭੈਣ ਇਸਤਰੀ ਮਿਲ ਕਰਕੇ ਰੋਂਦੇ ਹਨ। ਜਦੋਂ ਇੱਕ ਮਨ ਦਾ ਮੰਦਾ ਸੁਭਾਅ ਮਰ ਜਾਵੇ ਤਾਂ 5 ਗਿਆਨ ਇੰਦਰੇ ਮਿਲ ਕਰਕੇ ਰੋਂਦੇ ਹਨ ਕਿ ਇਸ ਨੇ ਹੁਣ ਵਿਸ਼ਿਆਂ ਵਿੱਚ ਪਰਚਣ ਨਹੀਂ ਦੇਣਾ ਸਾਨੂੰ। ਜਦੋਂ ਇਹ ਇੱਕ ਦੇਹ ਅਧਿਆਸ ਹੰਕਾਰ ਮਰ ਜਾਵੇ ਤਾਂ 5 ਕਾਮ ਕ੍ਰੋਧ ਆਦਿ ਮਿਲ ਕੇ ਰੋਂਦੇ ਪਿੱਟਦੇ ਹਨ ਕਿ ਅਸੀਂ ਹੁਣ ਕਿਸ ਅਗਿਆਨੀ ਨੂੰ ਜਾ ਚਿੰਬੜੀਏ। ਸਤਿਗੁਰਾਂ ਦੇ ਸ਼ਬਦ ਉਪਦੇਸ਼ ਰੂਪੀ ਸਾਬਣ ਪ੍ਰੇਮ ਰੂਪੀ ਜਲ ਨਾਲ ਰਾਗ ਦਵੈਸ਼ ਦੀ ਮੈਲ ਨੂੰ ਧੋਣਾ ਕਰੇ ਤਾਂ ਅੰਦਰੋਂ ਹਉਮੈ ਹੰਗਤਾ ਮਮਤਾ ਜਾਏ ਕਹੀਏ ਚਲੀ ਜਾਂਦੀ ਹੈ। ਸਮਝ ਸੂਝ ਸਹਿਜ ਘਰ ਹੋਵਹਿ, ਬਿਨ ਬੂਝੇ ਸਗਲੀ ਪਤ ਖੋਵਹਿ। ਜੇਕਰ ਗੁਰੂ ਸਾਹਿਬ ਜੀ ਦੇ ਸ਼ਬਦ ਦੀ ਗਿਆਤ ਹੋਵੇ ਤੇ ਲੋਕ ਪ੍ਰਲੋਕ ਦੀ ਸੋਝੀ ਹੋਵੇ ਤਾਂ ਸਹਿਜ ਗਿਆਨ ਸਰੂਪ ਰੂਪੀ ਘਰ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਨੂੰ ਦਵੰਗ ਪਦ ਦੇ ਲੱਖ ਅਰਥ ਦੀ ਸਮਝ ਹੈ ਤੇ ਤਤ ਪਦ ਦੇ ਲੱਖ ਅਰਥ ਦੀ ਸੋਝੀ ਹੈ, ਉਹਨਾਂ ਦੀ ਸਹਿਜ ਸਰੂਪ ਵਿੱਚ ਸਥਿਤੀ ਹੋ ਜਾਂਦੀ ਹੈ। ਗੁਰਾਂ ਦੁਆਰਾ ਸਰੂਪ ਨੂੰ ਬੂਝੇ ਸਮਝੇ ਤੋਂ ਬਗੈਰ ਜੀਵ ਆਪਣੀ ਸਾਰੀ ਪਤ ਇੱਜ਼ਤ ਗੁਆ ਜਾਂਦੇ ਹਨ। ਕੌਣ ਮਰੈ ਕੌਣ ਰੋਵੈ ਉਹੀ, ਕਰਨ ਕਾਰਣ ਸਭ ਸੈ ਸਿਰ ਤੋਹੀ ਰਹਾਉ। ਸੋ ਇਸ ਦਾ ਪਹਿਲਾ ਅਰਥ ਕਰਦੇ ਹਾਂ, ਵਾਸਤਵ ਵਿੱਚ ਕੌਣ ਕਿਹੜਾ ਮਰਦਾ ਹੈ ਅਤੇ ਕੌਣ ਕਿਹੜਾ ਉਸ ਮਰੇ ਹੋਏ ਨੂੰ ਰੋਂਦਾ ਹੈ। ਭਾਵ ਨਾ ਕੋਈ ਮਰਦਾ ਹੈ ਨਾ ਕੋਈ ਰੋਂਦਾ ਹੈ। ਜਦੋਂ ਹੇ ਮਹਾਰਾਜ ਤੂੰ ਹੀ ਸਾਰੇ ਕਰਨ ਕਾਰਨ ਕਾਰਜਾਂ ਦੇ ਕਰਨ ਵਾਲਾ ਸਾਰਿਆਂ ਦੇ ਸਿਰ ਪਰ ਖੜਾ ਹੈ। ਸੋ ਦੂਸਰਾ ਅਰਥ ਆਪਾਂ ਇਸ ਦਾ ਇਸ ਤਰ੍ਹਾਂ ਕਰਾਂਗੇ, ਹਉਮੈ ਵਾਲਾ ਮਰਦਾ ਹੈ ਤੇ ਉਸ ਮਰੇ ਹੋਏ ਨੂੰ ਉਹੀ ਰੋਂਦਾ ਜਿਸ ਦਾ ਗਿਆਨ ਦੇ ਸਹਿਤ ਸਨੇਹ ਹੈ। ਹੇ ਭਾਈ, ਸਾਰੇ ਕਾਰਨਾਂ ਦੇ ਕਰਨ ਵਾਲਾ ਸ਼੍ਰੋਮਣੀ ਪਰਮੇਸ਼ਰ ਤੋਂ ਹੀ ਕਹੀਏ ਤੇਰੇ ਸਿਰ ਤੇ ਖੜਾ ਹੈ ਰਹਾਉ। ਵਿਸਰਾਮ ਦੇ ਕੇ ਕਿਰਪਾ ਕਰਦੇ ਹਨ। ਮੂਏ ਕਉ ਰੋਵੈ ਦੁਖ ਕੋਇ, ਸੋ ਰੋਵੈ ਜਿਸ ਬੇਦਨ ਹੋਏ। ਮੂਏ ਮਰੇ ਹੋਏ ਦੇ ਦੁੱਖ ਤਾਈਂ ਕੌਣ ਰੋਂਦਾ ਹੈ। ਭਾਵ ਕੋਈ ਨਹੀਂ ਰੋਂਦਾ, ਉਹ ਹੀ ਰੋਂਦਾ ਜਿਸ ਨੂੰ ਬੇਦਨ ਪੀੜਾ ਹੁੰਦੀ ਆ। ਜਿਸ ਬੀਤੀ ਜਾਣੈ ਪ੍ਰਭ ਸੋਏ, ਆਪੇ ਕਰਤਾ ਕਰੈ ਸੋ ਹੋਏ। ਜਿਸ ਦੇ ਨਾਲ ਬੀਤਦੀ ਹੈ ਜਾਂ ਤਾਂ ਉਹ ਜਾਣਦਾ ਹੈ ਜੋ ਪਰਲੋਕ ਵਿੱਚ ਦੰਡ ਮਿਲਦਾ, ਜਾਂ ਉਹ ਪ੍ਰਭੂ ਜਾਣਦਾ ਜਿਸ ਨੇ ਕਰਮਾਂ ਦੇ ਅਨੁਸਾਰ ਫਲ ਦੇਣਾ। ਜਿਸ ਦੀ ਹੰਗਤਾ ਅਵਿਦਿਆ ਬੀਤ ਗਈ ਹੈ ਉਹ ਪਰਮੇਸ਼ਰ ਨੂੰ ਜਾਣ ਸਕਦਾ ਹੈ।
ਆਪ ਹੀ ਕਰਤਾ ਕਰਨਹਾਰ ਪਰਮੇਸ਼ਰ ਜੋ ਕੁਝ ਕਰਦਾ ਹੈ ਉਹ ਕੁਝ ਹੁੰਦਾ ਹੈ। ਜੀਵਤ ਮਰਣਾ ਤਾਰੇ ਤਰਣਾ ਜੈ ਜਗਦੀਸ਼ ਪਰਮਗਤ ਸਰਣਾ। ਜੇਕਰ ਪਰਮੇਸ਼ਰ ਜਿਉਂਦਾ ਰੱਖੇ ਤਾਂ ਜੀਵਣਾ ਹੁੰਦਾ ਹੈ, ਜੇਕਰ ਮਾਰ ਦੇਵੇ ਤਾਂ ਮਰਨਾ ਹੁੰਦਾ, ਜੇਕਰ ਤਾਰਣਾ ਕਰੇ ਤਾਂ ਤਰਨਾ ਹੁੰਦਾ ਹੈ। ਜੇ ਜੀਵਤ ਭਾਵ ਤੋਂ ਮਰਨਾ ਕਰੀਏ ਤਾਂ ਤਾਰੇ ਜਹਾਜ਼ ਦੀ ਨਿਆਈ ਸੰਸਾਰ ਸਮੁੰਦਰ ਤੋਂ ਤਰਨਾ ਹੁੰਦਾ ਹੈ। ਹੇ ਜਗਦੀਸ਼ ਜਗਤ ਦੇ ਈਸ਼ਵਰ ਤੁਹਾਡੀ ਸਦਾ ਜੈ ਜੈਕਾਰ ਹੋਵੇ। ਤੁਹਾਡੀ ਸਰਣਾ ਓਟ ਪਨਾਹ ਪਰਮਗਤ ਕੇਵਲ ਮੋਖ ਦੇ ਦੇਣ ਵਾਲੀ ਹੈ। ਹਉ ਬਲਹਾਰੀ ਸਤਿਗੁਰ ਚਰਣਾ ਗੁਰ ਬੋਹਿਥ ਸ਼ਬਦ ਭੈ ਤਰਣਾ। ਹਉ ਮੈਂ ਸਤਿਗੁਰੂ ਸੱਚੇ ਗੁਰਾਂ ਦੇ ਚਰਨ ਕਮਲਾਂ ਤੋਂ ਕੁਰਬਾਨ ਜਾਂਦਾ ਹਾਂ। ਗੁਰੂ ਸਾਹਿਬ ਜੀ ਬੋਹਿਥ ਜਹਾਜ਼ ਦੀ ਨਿਆਈ ਹਨ, ਜਿਨ੍ਹਾਂ ਦੇ ਸ਼ਬਦ ਉਪਦੇਸ਼ ਦੁਆਰਾ ਭੈ ਖੌਫਦਾਇਕ ਸੰਸਾਰ ਸਮੁੰਦਰ ਤੋਂ ਤਰਨਾ ਕਹੀਏ ਉਤਰਨਾ ਹੁੰਦਾ ਹੈ। ਸਤਿਗੁਰਾਂ ਦੇ ਪਾਸ ਭੈ ਰੂਪੀ ਜਹਾਜ਼ ਹੈ ਅਤੇ ਸ਼ਬਦ ਰੂਪੀ ਸਨਾਖਤ ਪੱਤਰ ਦੇ ਕੇ ਤਾਰਨਾ ਕਰਦੇ ਹਨ। ਗੁਰਾਂ ਦੇ ਪਾਸ ਸ਼ਬਦ ਰੂਪੀ ਜਹਾਜ਼ ਹੈ ਅਤੇ ਨਾਮ ਰੂਪੀ ਸਨਾਖਤ ਪੱਤਰ ਦੇ ਕੇ ਭੈਦਾਇਕ ਸੰਸਾਰ ਸਮੁੰਦਰ ਤੋਂ ਤਾਰਨਾ ਕਰਦੇ ਹਨ। ਨਿਰਭਉ ਆਪ ਨਿਰੰਤਰ ਜੋਤ ਬਿਨ ਨਾਵੈ ਸੂਤਕ ਜਗ ਛੋਤ। ਉਹ ਪਰਮੇਸ਼ਰ ਆਪ ਨਿਰਭਉ ਭੈ ਤੋਂ ਰਹਿਤ ਹੈ ਤੇ ਨਿਰੰਤਰ ਇੱਕ ਰਸ ਜੋਤ ਪ੍ਰਕਾਸ਼ ਰੂਪ ਹੈ। ਉਹ ਪ੍ਰਭੂ ਦੇ ਨਾਵੈ ਨਾਮ ਤੋਂ ਬਗੈਰ ਸਾਰੇ ਸੰਸਾਰ ਵਿੱਚ ਸੂਤਕ ਅਸ਼ੁੱਧੀ ਤੇ ਛੋਤ ਅਪਵਿੱਤਰਤਾ ਲੱਗ ਰਹੀ ਹੈ। ਜਗ ਦੇ ਜੀਵਾਂ ਦੀ ਬੁੱਧ ਰੂਪੀ ਛੋਤ ਛਿਤ ਭਾਵ ਧਰਤੀ ਅਪਵਿੱਤਰ ਹੋ ਰਹੀ ਆ। ਦੁਰਮਤ ਬਿਨਸੈ ਕਿਆ ਕਹਿ ਰੋਤ ਜਨਮ ਮੂਏ ਬਿਨ ਭਗਤ ਸਰੋਤ। ਜੋ ਦੁਰਮਤ ਖੋਟੀ ਮਤ ਵਾਲੇ ਪੁਰਸ਼ ਹਨ ਉਹ ਆਪਣੀ ਖੋਟਤਾਈ ਕਰਕੇ ਬਿਨਸੈ ਨਾਸ਼ ਹੋ ਜਾਂਦੇ ਹਨ। ਉਹਨਾਂ ਨੂੰ ਕੀ ਕਹਿ ਕੇ ਆਖ ਕੇ ਰੋਤ ਰੋਣਾ ਹੈ, ਉਹ ਆਪਣੇ ਔਗਣਾਂ ਨੂੰ ਆਪ ਹੀ ਰੋਂਦੇ ਹਨ। ਜੋ ਸਰੋਤ ਸਰਵਣ ਭਗਤ ਭਗਤੀ ਤੋਂ ਬਗੈਰ ਹਨ ਉਹ ਜਨਮ ਜੰਮਦੇ ਹੀ ਮੂਏ ਮਰੇ ਹੋਏ ਹਨ, ਜੰਮਦੇ ਮਰਦੇ ਰਹਿੰਦੇ ਹਨ। ਮੂਏ ਕਉ ਸਚ ਰੋਵਹਿ ਮੀਤ ਤ੍ਰੈ ਗੁਣ ਰੋਵਹਿ ਨੀਤਾ ਨੀਤ। ਮੂਏ ਮਰੇ ਹੋਏ ਨੂੰ ਸੱਚੇ ਮੀਤ ਮਿੱਤਰ ਹੀ ਰੋਂਦੇ ਹਨ। ਜੋ ਸੰਤ ਜਨ ਜੀਵਤ ਭਾਵ ਤੋਂ ਮਰ ਗਏ ਹਨ ਉਹਨਾਂ ਦੇ ਸੱਚੇ ਮਿੱਤਰ ਜਿਗਿਆਸੂ ਰੋਂਦੇ ਹਨ ਕਿ ਸਾਨੂੰ ਜੀਵਤ ਭਾਵ ਵੱਲੋਂ ਮਰਨ ਦਾ ਸਮਾਂ ਕਿਉਂ ਨਹੀਂ ਪ੍ਰਾਪਤ ਹੋਇਆ। ਤ੍ਰੈ ਗੁਣ ਕੀਏ ਤਿੰਨ ਰਾਜਸੀ ਤਾਮਸੀ ਸਾਂਤਕੀ ਗੁਣਾਂ ਦੇ ਸੁਭਾਅ ਵਾਲੇ ਜੀਵ ਨੀਤਾ ਨੀਤ ਨਿਤਾ ਪ੍ਰਤ ਹੀ ਰੋਵੈ ਰੋਂਦੇ ਰਹਿੰਦੇ ਹਨ। ਦੁੱਖ ਸੁਖ ਪਰ ਹਰ ਸਹਿਜ ਸੁਚੀਤ ਤਨ ਮਨ ਸੌਪੋ ਕ੍ਰਿਸ਼ਨ ਪ੍ਰੀਤ। ਜੇਕਰ ਹੇ ਭਾਈ ਜੇਕਰ ਤੁਸੀਂ ਰੋਣ ਤੋਂ ਬਚਣਾ ਜਾਂ ਗੁਣਾਂ ਤੋਂ ਅਤੀਤ ਹੋਣਾ ਹੈ ਤਾਂ ਦੁੱਖ ਪਾਪਾਂ ਦਾ ਫਲ ਕਸ਼ਟ ਤੇ ਸੁਖ ਪੁੰਨਾਂ ਦਾ ਫਲ ਆਨੰਦ ਪਰਹਰ ਤਿਆਗ ਕਰਕੇ ਸਹਿਜ ਗਿਆਨ ਸਰੂਪ ਪਰਮਾਤਮਾ ਵਿੱਚ ਭਲੀ ਪ੍ਰਕਾਰ ਚਿੱਤ ਨੂੰ ਜੋੜਨਾ ਕਰੋ। ਆਪਣੇ ਸੁਚੀਤ ਸ੍ਰੇਸ਼ਟ ਚਿੱਤ ਵਿੱਚ ਸਹਿਜ ਗਿਆਨ ਸਰੂਪ ਪਰਮੇਸ਼ਰ ਦੇ ਨਾਮ ਨੂੰ ਜਪ ਕੇ ਦੁੱਖ ਸੁੱਖ ਨੂੰ ਪਰਹਰ ਤਿਆਗਨਾ ਕਰੋ। ਤਨ ਸਰੀਰ ਤੇ ਮਨ ਹਿਰਦੇ ਨੂੰ ਕ੍ਰਿਸ਼ਨ ਸ਼ੁੱਧ ਬ੍ਰਹਮ ਦੀ ਪ੍ਰੀਤੀ ਵਿੱਚ ਸੌਪੋ ਕਹੀਏ ਅਰਪਣ ਕਰ ਦਿਓ। ਸੋ ਕ੍ਰਿਸ਼ਨ ਪਾਦੀ ਹੋਰ ਵਿਚਾਰ ਆਸਾ ਜੀ ਦੀ ਵਾਰ ਦੇ 12ਵੇਂ ਸ਼ਲੋਕ ਵਿੱਚ ਪੜ੍ਹ ਲਓ। ਭੀਤਰ ਏਕ ਅਨੇਕ ਅਸੰਖ ਕਰਮ ਧਰਮ ਬਹੁ ਸੰਖ ਅਸੰਖ। ਸਾਰਿਆਂ ਦੇ ਭੀਤਰ ਅੰਦਰ ਹਿਰਦੇ ਵਿੱਚ ਇੱਕੋ ਨਿਰਗੁਣ ਸਰੂਪ ਹੈ। ਅਨੇਕ ਅਨੰਤ ਤੇ ਅਸੰਖ ਅਣਗਿਣਤ ਹੀ ਸਰਗੁਣ ਸਰੂਪ ਧਾਰੇ ਹੋਏ ਹਨ। ਅਨੇਕਾਂ ਹੀ ਅਸੰਖ ਅਣਗਿਣਤ ਜੀਵਾਂ ਦੇ ਅੰਦਰ ਇੱਕੋ ਹੀ ਪਰਮੇਸ਼ਰ ਹੈ। ਨਿਤ ਨਿਮਿਤ ਆਦ ਕਰਮ ਤੇ ਜਗ ਆਦ ਧਰਮਾਂ ਨੂੰ ਬਹੁ ਕਹੀਏ ਬੇਅੰਤ ਸੰਖ ਗਿਣਤੀ ਤੋਂ ਵੀ ਅਸੰਖ ਅਣਗਿਣਤ ਹੀ ਜੀਵ ਲੱਗੇ ਹੋਏ ਹਨ। ਬਿਨ ਭੈ ਭਗਤੀ ਜਨਮ ਬਿਰੰਥ
ਹਰ ਗੁਣ ਗਾਵਹਿ ਮਿਲ ਪਰਮਾਰੰਥ। ਪਰਮੇਸ਼ਰ ਦੇ ਭੈ ਡਰ ਤੇ ਭਗਤੀ ਤੋਂ ਬਿਨ ਬਗੈਰ ਸਾਰਾ ਜਨਮ ਹੀ ਬਿਰੰਥ ਕੀਏ ਵਿਅਰਥ ਹੀ ਹੈ। ਜੋ ਹਰੀ ਪਰਮੇਸ਼ਰ ਦੇ ਗੁਣਾਂ ਤਾਈਂ ਗਾਉਂਦੇ ਹਨ ਉਹ ਪਰਮਾਰੰਥ ਸਾਰ ਵਸਤੂ ਵਿੱਚ ਮਿਲ ਜਾਂਦੇ ਆ, ਭਾਵ ਮੁਕਤ ਹੋ ਜਾਂਦੇ ਹਨ। ਆਪ ਮਰੈ ਮਾਰੇ ਪੀ ਆਪ, ਆਪ ਉਪਾਏ ਥਾਪ ਉਹ ਥਾਪ। ਹਾਂ ਉਹ ਜਾਣ ਲੈਂਦੇ ਹਨ ਕਿ ਆਪ ਹੀ ਪ੍ਰਭੂ ਅਵਿਦਿਆ ਵਿੱਚ ਜੀਵ ਰੂਪ ਹੋ ਕੇ ਮਰਦਾ ਹੈ ਤੇ ਆਪ ਹੀ ਕਾਲ ਰੂਪ ਹੋ ਕੇ ਮਾਰੇ ਮਾਰਨ ਵਾਲਾ ਵੀ ਹੈ। ਜੋ ਆਪਾ ਭਾਵ ਵੱਲੋਂ ਮਰ ਗਿਆ ਹੈ ਉਹ ਜਾਣ ਲੈਂਦਾ ਹੈ ਕਿ ਪ੍ਰਭੂ ਆਪ ਹੀ ਮਾਰਨ ਵਾਲਾ ਹੈ, ਆਪ ਹੀ ਜੀਵਾਂ ਨੂੰ ਉਪਾਏ ਪੈਦਾ ਕਰਕੇ ਥਾਪ ਕੀਏ ਇਸਤਤ ਕਰਦਾ ਹੈ, ਭਾਵ ਪਾਲਣਾ ਪੋਸ਼ਣਾ ਕਰਦਾ ਹੈ। ਫਿਰ ਆਪ ਹੀ ਉਥਾਪ ਨਾਸ਼ ਕਰ ਦਿੰਦਾ, ਆਪ ਹੀ ਜਿਗਿਆਸੂਆਂ ਦੇ ਹਿਰਦੇ ਵਿੱਚ ਬ੍ਰਹਮ ਗਿਆਨ ਪੈਦਾ ਕਰਦਾ ਹੈ ਤੇ ਆਪ ਹੀ ਥਾਪੇ ਹੋਏ ਕਾਮ ਕ੍ਰੋਧ ਆਦਿਕ ਨੂੰ ਪੁੱਟਣ ਵਾਲਾ ਹੈ। ਸਿਰਸਟ ਉਪਾਈ ਜੋਤੀ ਤੂ ਜਾਤ, ਸ਼ਬਦ ਵਿਚਾਰ ਮਿਲਣ ਨਹੀਂ ਭਰਾਤ। ਹੇ ਭਾਈ ਤੂੰ ਇਹ ਜਾਤ ਜਾਣਨਾ ਕਰ ਕਿ ਆਪ ਹੀ ਪਰਮੇਸ਼ਰ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਆਪ ਹੀ ਜੋਤੀ ਪ੍ਰਕਾਸ਼ ਰੂਪ ਹੋ ਕੇ ਵਿਆਪਕ ਹੋ ਰਿਹਾ। हे ज्योति स्वरूप प्रभु, जितनी भी सृष्टि उपाई हुई है ये तेरी ही जात पैदा कीती हुई है। हे भाई गुरां दे शब्द उपदेश दी विचार करके फिर भरात भराती कर्म भरम विच मिलना नहीं होवेगा, परमेश्वर विच मिलना होवेगा। इस विच कोई भी भ्रांत शक नहीं है। सूतक अगन पखै जग खाए, सूतक जल थल सब ही थाए। ਭਰਾਂਤੀ ਦੀ ਨਿਵਰਤੀ ਹੋਈ ਤੋਂ ਬਗੈਰ ਸਭ ਥਾਈਂ ਸੂਤਕ ਕਹੀਏ ਅਪਵਿੱਤਰਤਾ ਹੀ ਹੈ। ਜੋ ਅਗਨ ਅੱਗ ਭਖੈ ਭਖਦੀ ਬਲਦੀ ਹੈ ਉਹ ਸਾਰੇ ਜਗ ਸੰਸਾਰ ਦੇ ਜੀਵਾਂ ਨੂੰ ਖਾਈ ਜਾ ਰਹੀ ਹੈ। ਅਗਨੀ ਦਾ ਭਖੈ ਪਕਾਇਆ ਹੋਇਆ ਭੋਜਨ ਜਿਸ ਨੂੰ ਸਾਰਾ ਸੰਸਾਰ ਖਾ ਰਿਹਾ ਉਸ ਵਿੱਚ ਵੀ ਸੂਤਕ ਹੈ। ਜੀਵ ਤ੍ਰਿਸ਼ਨਾ ਦੀ ਅੱਗ ਦੇ ਪਖਲਾਏ ਹੋਏ ਹਨ ਤੇ ਜਗਤ ਤ੍ਰਿਸ਼ਨਾ ਦਾ ਖਾਧਾ ਹੋਇਆ ਇਹ ਵੀ ਸੂਤਕ ਹੈ। ਜੈਸਾ ਕਿ ਆਸਾ ਜੀ ਦੀ ਵਾਰ ਵਿੱਚ ਅਸੀਂ ਪੜ੍ਹਦੇ ਅਤੇ ਸੁਣਦੇ ਹਾਂ, ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ। ਸੋ ਜਲਾਂ ਵਿੱਚ ਥਲ ਥਲਾਂ ਵਿੱਚ ਇਤਿਆਦ ਸਾਰੀਆਂ ਹੀ ਥਾਵਾਂ 'ਤੇ ਸੂਤਕ ਅਪਵਿੱਤਰਤਾ ਹੈ। ਭਾਵ ਜਲਾਂ ਵਿੱਚ ਅਨੇਕਾਂ ਜੀਵ ਜੰਮਦੇ ਮਰਦੇ ਹਨ, ਥਲਾਂ 'ਤੇ ਅਨੰਤ ਜੀਵ ਪੈਦਾ ਹੋ ਕੇ ਮਰ ਰਹੇ ਹਨ। ਨਾਨਕ ਸੂਤਕ ਜਨਮ ਮਰੀਜੈ, ਗੁਰ ਪ੍ਰਸਾਦੀ ਹਰ ਰਸ ਪੀਜੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਸਾਰੇ ਜੀਵ ਸੂਤਕ ਅਪਵਿੱਤਰਤਾ ਵਿੱਚ ਹੀ ਜੰਮਦੇ ਜਨਮ ਲੈਂਦੇ ਤੇ ਮਰਦੇ ਰਹਿੰਦੇ ਹਨ। ਇਸ ਲਈ ਹੈ ਭਾਈ ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਕਰਕੇ ਹਰੀ ਵਾਹਿਗੁਰੂ ਦੇ ਨਾਮ ਰਸ ਨੂੰ ਪੀਜੈ ਪੀਣਾ ਕਰੋ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।